Hello students, welcome you all in biology class. This is class plus one's chapter number 4 Animal Kingdom, presented by Maninder Kaur, lecturer biology, Government Girls Senior Secondary Smart School Samrala, District Ludhiana. Students, ਅੱਜ ਆਪਾਂ ਐਨੀਮਲ ਕਿੰਗਡਮ ਬਾਰੇ ਕਰਨਾ। ਐਨੀਮਲ ਕਿੰਗਡਮ ਦੇ ਅੰਡਰ ਕਿਵੇਂ ਕਿਹੋ ਜਿਹੇ ਆਰਗੇਨਿਜ਼ਮਸ ਆਉਂਦੇ ਨੇ, ਉਹਨਾਂ ਦੇ ਕਰੈਕਟਰਸ ਕੀ ਨੇ। So here are the characters. They are multicellular, and next they are heterotrophic in nutrition. Heterotrophic means ਜਿਹੜੇ ਦੂਸਰੇ organisms ਦੇ dependent ਨੇ for their food। ਜਿਵੇਂ ਆਪਾਂ lower classes 'ਚ ਕਰਦੇ ਹਾਂ ਕਿ ਜੋ animals plants ਤੇ dependent ਨੇ they are known as herbivores, ਤੇ ਜੋ ਦੂਸਰੇ animals ਤੇ present ਨੇ flesh eating animals ਨੇ ਉਹਨਾਂ ਨੂੰ ਬੋਲਦੇ ਹਾਂ ਆਪਾਂ carnivores। So animals are heterotrophic. Next they reproduce sexually. Sexual reproduction ही mainly animal kingdom ਚ ਹੁੰਦੀ। ਆਪਾਂ ਪਿਛਲੀਆਂ ਜੋ kingdoms ਕੀਤੀਆਂ plant kingdom, kingdom fungi, monera, ਤਾਂ ਉੱਥੇ ਆਪਾਂ asexual ਦੋਨੋਂ ਤਰ੍ਹਾਂ ਦੀਆਂ ਜੋ reproduction types ਨੇ ਦੋਨੋਂ ਤਰ੍ਹਾਂ ਦੇ types ਬਾਰੇ ਪੜ੍ਹਦੇ ਹਾਂ। ਇੱਥੇ ਸਿਰਫ major sexual reproduction ਹੈ। Next animals ਦੇ ਜੋ cells ਹੁੰਦੇ ਨੇ they do not have cell wall. This is an important difference from plant kingdom. Next is animals are capable of motion in some stage of their lives. ਇਹ ਸਾਨੂੰ ਪਤਾ। they respond quickly to external stimulus. ਜੋ ਵੀ ਬਾਹਰੋਂ ਕੋਈ stimulus ਮਿਲਦਾ, ਕੋਈ ਮੰਨ ਲਓ ਨੀਡਲ ਪ੍ਰਿਕ ਕਰਦਾ ਜਾਂ ਹੀਟ ਕੋਲਡ, ਉਹ ਸਾਰੇ ਜੋ stimulus ਨੇ ਉਹਨਾਂ ਨੂੰ ਆਪਾਂ ਕੁਇਕਲੀ ਰਿਸਪੌਂਡ ਕਰਦੇ ਹਾਂ। ਸੋ ਦਿਸ ਇਜ਼ ਐਨੀਮਲ ਕਿੰਗਡਮ। ਹੁਣ ਐਨੀਮਲ ਕਿੰਗਡਮ 'ਚ ਕਿਹੜੇ ਐਨੀਮਲਸ ਜਾਂ ਆਰਗੇਨਿਜ਼ਮਸ ਕੰਸੀਡਰ ਹੁੰਦੇ ਨੇ, ਤਾਂ ਆਪਾਂ ਅਰਥ 'ਤੇ ਦੇਖਦੇ ਹਾਂ ਕਿ ਕਿੰਨੀ ਵਾਸਟ ਡਾਈਵਰਸਿਟੀ ਇਜ਼ ਪ੍ਰੈਜ਼ੈਂਟ ਆਫ ਐਨੀਮਲਸ। ਤੁਸੀਂ ਐਕੁਆਟਿਕ ਐਨੀਮਲਸ ਦਿਸ ਇਜ਼ ਕ੍ਰੋਕੋਡਾਈਲ, ਸਟਾਰਫਿਸ਼, ਤਾਂ ਐਵੇਂ ਦੇ ਐਨੀਮਲਸ ਵੀ ਓਬਜ਼ਰਵ ਕਰਦੇ ਹੋ। Insects, they also come under animal kingdom. Birds, then reptiles, snake like, ठीक है। So fishes, whales all come under animal kingdom. So ਇੰਨੀ ਜ਼ਿਆਦਾ diversity, ਤਾਂ ਇੰਨੇ ਤਰ੍ਹਾਂ ਦੇ ਐਨੀਮਲਸ ਨੇ, ਤਾਂ ਉਹਨਾਂ ਨੂੰ ਕੈਟੇਗਰਾਈਜ਼ ਕੀਤਾ ਗਿਆ ਗਰੁੱਪਸ ਦੇ ਵਿੱਚ, ਤਾਂ ਕਿ ਈਜ਼ੀਲੀ ਆਪਾਂ ਉਸ ਗਰੁੱਪ ਦੇ ਕਰੈਕਟਰਸ ਤੋਂ ਹੀ ਅੰਦਾਜ਼ਾ ਲਗਾ ਲਈਏ ਕਿ ਇਸ ਦੇ ਅੰਡਰ ਕਿਹੜੇ ਐਨੀਮਲਸ ਆਉਂਦੇ ਨੇ। ਤਾਂ ਉਸ ਅਕੋਰਡਿੰਗ ਐਨੀਮਲ ਕਿੰਗਡਮ ਨੂੰ ਫੋਲੋਇੰਗ 11 ਫਾਈਲਮਸ ਦੇ ਵਿੱਚ ਡਿਵਾਈਡ ਕੀਤਾ ਗਿਆ। ਥੀਸ ਆਰ ਦ 11 ਫਾਈਲਾ, ਉਹਨਾਂ ਦੇ ਨਾਮ ਲਿਖੇ ਨੇ। ਇਸ ਚੈਪਟਰ 'ਚ ਆਪਾਂ ਇੰਡੀਵਿਜੂਅਲੀ ਹਰ ਇੱਕ ਫਾਈਲਮ ਦੇ 3 to 5 ਜੋ ਡਿਸਟਿੰਗੁਇਸ਼ਿੰਗ ਫੀਚਰਸ ਤੁਸੀਂ ਲਰਨ ਕਰਨੇ ਆ, ਆਪਾਂ ਉਸ ਤੋਂ ਜ਼ਿਆਦਾ ਡਿਸਕਸ ਕਰਾਂਗੇ। ਅਤੇ ਐਟਲੀਸਟ 2 to ਐਗਜ਼ਾਮਪਲਸ ਅਸੀਂ ਹਰ ਇੱਕ ਫਾਈਲਮ ਦੀਆਂ ਕਰਨੀਆਂ ਨੇ। ਫਾਈਲਮ ਦੇ ਨਾਮ ਤੁਸੀਂ ਫਸਟ ਟਾਈਮ ਇਹਨਾਂ ਨੂੰ ਦੇਖ ਰਹੇ ਹੋ ਤਾਂ ਥੋੜ੍ਹੇ ਜਿਹੇ ਤੁਹਾਨੂੰ ਟਫ ਲੱਗਣਗੇ, ਬਟ ਜਿਵੇਂ ਤੁਸੀਂ ਇਸ ਚੈਪਟਰ ਨੂੰ ਇੰਡੀਵਿਜੂਅਲੀ ਫਾਈਲਮਸ ਨੂੰ ਸਟੱਡੀ ਕਰੋਗੇ ਤਾਂ ਤੁਹਾਨੂੰ ਨਾਮ ਵੀ ਆਪਣੇ ਆਪ ਯਾਦ ਹੋ ਜਾਣੇ ਆ, ਕਿਉਂਕਿ ਉਹਨਾਂ ਦੇ ਨਾਮ ਉਹਨਾਂ ਦੇ ਕਰੈਕਟਰਸ ਨਾਲ ਹੀ ਮੇਲ ਖਾਂਦੇ ਨੇ। ਅਤੇ ਇੱਕ ਗੱਲ ਯਾਦ ਰੱਖਣੀ ਆ ਕਿ ਫਾਈਲਮ ਜਿਵੇਂ ਨੰਬਰ 1 ਆ ਪੋਰੀਫੈਰਾ, ਨੰਬਰ 2, ਨੰਬਰ 3 ਸਟੀਨੋਫੋਰਾ, ਨੰਬਰ 4 ਪਲੈਟੀਹੈਲਮਿੰਟਸ। ਸੋ ਇਸ ਤਰ੍ਹਾਂ ਨਾਲ 11 ਫਾਈਲਮਸ ਨੇ। ਤਾਂ ਜਿਵੇਂ ਆਪਾਂ ਫਾਈਲਮ 1 ਤੋਂ 2, 2 ਤੋਂ 3 ਇੱਦਾਂ ਸਟੱਡੀ ਕਰਾਂਗੇ ਤਾਂ ਤੁਸੀਂ ਓਬਜ਼ਰਵ ਕਰੋਗੇ ਕਿ ਕਰੈਕਟਰਸ ਜਿਵੇਂ ਅਸੀਂ ਫਾਈਲਮ ਦਾ ਨੰਬਰ ਇਨਕਰੀਜ਼ ਕਰਨੇ ਆ, ਕਰੈਕਟਰਸ 'ਚ ਬੈਟਰ ਹੋਈ ਜਾਂਦੇ ਆ ਕਰੈਕਟਰਸ ਉਹਨਾਂ ਫਾਈਲਮਸ ਦੇ ਵਿੱਚ ਜੋ ਆਰਗੇਨਿਜ਼ਮਸ ਨੇ, ਠੀਕ ਹੈ। ਤਾਂ ਤੁਹਾਨੂੰ ਯਾਦ ਹੋ ਜਾਊਗਾ। ਇੱਕ ਓਵਰਵਿਊ ਸੀ ਕਿ ਆਪਾਂ ਇੰਨੇ ਤਰ੍ਹਾਂ ਦੇ ਫਾਈਲਮ ਇਸ ਚੈਪਟਰ ਦੇ ਵਿੱਚ ਸਟੱਡੀ ਕਰਨੇ ਨੇ। ਅੱਜ ਦੀ ਜੋ ਇਹ ਵੀਡੀਓ ਹੈ, ਜੋ ਲੈਕਚਰ ਹੈ, ਇਸ ਦੇ ਵਿੱਚ ਆਪਾਂ ਪਹਿਲਾ ਫਾਈਲਮ ਪੋਰੀਫੈਰਾ ਹੀ ਕਰਨਾ। ਅਤੇ ਉਸ ਤੋਂ ਪਹਿਲਾਂ ਆਪਾਂ ਇਹ ਦੇਖਣਾ ਕਿ ਇਹ ਸਾਰੇ ਫਾਈਲਮਸ ਦੇ ਵਿੱਚ ਕਿਵੇਂ ਐਨੀਮਲਸ ਨੂੰ ਗਰੁੱਪ ਕੀਤਾ ਗਿਆ, ਕਿਵੇਂ ਐਨੀਮਲਸ ਨੂੰ ਰੱਖਿਆ ਗਿਆ। ਤਾਂ ਉਹ ਕ੍ਰਾਈਟੀਰੀਆ ਕੀ ਆ, ਕ੍ਰਾਈਟੀਰੀਆ ਔਨ ਬੇਸਿਸ ਆਫ ਵਿਚ ਐਨੀਮਲਸ ਆਰ ਡਿਵਾਈਡਡ। ਸੋ ਫਸਟ ਨੰਬਰ 'ਤੇ ਹੈ ਲੈਵਲਸ ਆਫ ਔਰਗੇਨਾਈਜੇਸ਼ਨ। ਕਿ ਲੈਵਲਸ ਆਫ ਔਰਗੇਨਾਈਜੇਸ਼ਨ ਤੋਂ ਮੀਨਿੰਗ ਹੈ ਬੇਟਾ ਇੰਟਰਨਲ ਜੋ ਸਟਰਕਚਰ ਆ ਕਿਸੇ ਵੀ ਆਰਗੇਨਿਜ਼ਮ ਦਾ,
कि उस ऑर्गेनिज्म दे विच लूज सैल्स ही पए ने, ठीक है, लूज सैल एग्रीगेट्स ही पए ने, उन्होंने आपां कहने सैलूलर लैवल, जां वो सैल्स ने इकट्ठे होके एक फंक्शन परफॉर्म करना शुरू कर दिता, ठीक है, एंड आर अरेंज्ड इनटू टिश्यूज़, सो दैट इज़ टिश्यू लैवल। सैलूलर लैवल च ही साडा पहला फाइलम जो अज दा अपना लास्ट टॉपिक है फाइलम पॉरीफेरा दा, उसका कॉमन नेम है स्पॉन्जिस। टिश्यू लैवल दे अंडर नैक्सट फाइलम फाइलम सीलेंट्रेटा आंदा। फिर टिश्यूज़ काफ़ी ज़्यादा टिश्यूज़ they group together to form organs, that is organ level, platyhelminths is the example. Organ system, various organs they associated to form functional systems, तो उसके अंडर सारे फाइलम एनीलिडा फाइलम तो लैके कॉर्डेटा तक सारे फाइलम ऑर्गन सिस्टम लैवल के अंडर आते हैं। ये लैवल्स ऑफ ऑर्गेनाइजेशन समझण लई एक सिंपल जी पिक्चर तुहाडे सामने है। ह्यूमन बींग्स साडे अपने नाल रिलेटिड है कि की ने वो लैवल्स ऑफ ऑर्गेनाइजेशन। तो बेटा सब तो पहला तुसी देखो एक सिंगल सैल है, तो सैल्स का जो ग्रुप है, ठीक है, दैट इज़ फॉर्मिंग अ टिश्यू, दे आर परफॉर्मिंग अ कॉमन फंक्शन। एग्रीगेट है सैल्स का, उन्हें टिश्यू बना लिया, ठीक है। ये है एक तरह नाल इत्थे तुहानूं एपीडर्मल टिश्यू दिखाया होया जो ये ऑर्गन है स्टमक, ठीक है, तुसी लोअर क्लासिस च पढ़िया होया अपनी जो भोजन प्रणाली है डाइजेस्टिव सिस्टम, उस दे विच स्टमक एक ऑर्गन आउंदा है। तो उस स्टमक की जो बाहरली लेयर है एपीडर्मिस, उहदे विच एपीडर्मल टिश्यू प्रेजेंट है जिस कई तरह के सैल्स इकट्ठे होकर उस टिश्यू नूं बनाउंदे ने। तो इस ऑर्गन दे विच ये एपीडर्मस टिश्यू भी प्रेजेंट है, पर ये नाल होर किहड़ा टिश्यू आके नाल जुड़ गया, मस्कुलर टिश्यू। तो स्टमक दे विच मसल्स भी प्रेजेंट ने, हुण मस्कुलर टिश्यू है, एपीडर्मल टिश्यू है, फिर ब्लड वैसल्स नाल रिलेटेड टिश्यू है। तो सारे टिश्यूज़ ने मिल के ये ऑर्गन की फॉर्मेशन की। तो हुण आपां देखिया कि नंबर 1 ते आपां सैल तो शुरू किया, सैल्स ने मिल के नंबर 2 ते टिश्यूज़ बनाए, नंबर 3 ते वेरीअस टिश्यूज़ ने इकट्ठे होके एक ऑर्गन की फॉर्मेशन की। हुण ये बन गया एक ऑर्गन सिस्टम, इस दे विच बहुत सारे ऑर्गनस जिहड़े इकट्ठे होके काम करते हैं, एक फंक्शनल सिस्टम बनाया जो अपने अंदर है डाइजेस्टिव सिस्टम। दिस इज स्टमक, लिवर, लार्ज इंटेस्टाइन, स्मॉल इंटेस्टाइन, सो वेरीअस ऑर्गनस इकट्ठे होके एक सिस्टम बना लिया। तो इवें दे बहुत सारे ऑर्गन सिस्टम जे बॉडी च होण तो उस तो बनता एक ऑर्गेनिज्म, ठीक है, तो वो इंडिविजुअल की फॉर्मेशन हुई। तो ये हैं लैवल्स ऑफ ऑर्गेनाइजेशन जिस दे बेस ते जो एनीमल किंगडम दे विच अलग अलग फाइलम्स ने बनाए गए। हाँ जी, नैक्सट बेटा आपां डाइजेस्टिव सिस्टम ते सर्कुलेटरी सिस्टम भी टू टाइप्स के हुंदे ने फाइलम्स दे विच, जिहदे बेसिस ते भी डिवीजन हुंदी है। वो की हन? हाँ जी, सब तो पहला डाइजेस्टिव सिस्टम है जो, ठीक है, डाइजेस्टिव सिस्टम इट इज़ ऑफ 2 टाइप्स। ऊपर देखो तुसी इनकंप्लीट नाम तो ही क्लीयर है कि डाइजेस्टिव सिस्टम दे विच सिर्फ एक ओपनिंग प्रेजेंट होंदी है। तुहानूं पता एक कंप्लीट डाइजेस्टिव सिस्टम जिवें आपां ह्यूमन बींग्स दे विच देखदे हां, जिथे शुरुआत च एक माउथ प्रेजेंट है तो एंड च ओपनिंग प्रेजेंट है एनस। तां इनकंप्लीट डाइजेस्टिव सिस्टम वाले जो ऑर्गेनिजम्स ने उन्हां च सिर्फ इक्को ही ओपनिंग प्रेजेंट होंदी है, उसे ओपनिंग दे विचों एंट्री फूड दी होंदी है, तो जो वेस्ट मटीरियल है उसे ओपनिंग दे विचों, ठीक है, उहदे एग्जिट होंदा। सो उहदे च एग्जाम्पल है प्लैटीहेलमिंथ्स, फाइलम प्लैटीहेलमिंथ्स। हाँ जी, नेक्स्ट कंप्लीट डाइजेस्टिव सिस्टम मीन्स 2 ओपनिंग्स। नेक्स्ट सर्कुलेटरी सिस्टम इज ऑल्सो ऑफ 2 टाइप्स, ओपन एंड क्लोज्ड सर्कुलेटरी सिस्टम। ये भी नाम तो ही क्लियर है बेटा। ओपन मीन्स जो डायरैक्टली टिश्यूज़ ने, ठीक है, जो सैल्स ने टिश्यूज़ ने वो डायरैक्टली ब्लड दे विच लाई करते हैं। जे हार्ट ब्लड नूं पंप कर रहा है, हार्ट ब्लड नूं पंप कर रहा बाहर, तो उहदे विच ही टिश्यूज़ लाई करते हैं। जबकि तुसी अपनी खुद की एक ह्यूमन बींग्स एग्जाम्पल देखो तो अपने जो सर्कुलेटरी सिस्टम है दैट इज़ ऑफ क्लोज टाइप,
क्लोज्ड मीनस के जो ब्लड है वो वैसल्स ਦੇ ਵਿੱਚ ਰਨ ਕਰਦਾ ਹੈ, ਛੋਟੀਆਂ ਛੋਟੀਆਂ ਪਾਈਪਸ, ਪਤਲੀਆਂ ਪਤਲੀਆਂ ਪਾਈਪਸ ਹੁੰਦੀਆਂ, ਵੈਸਲਸ ਬੋਲਦੇ ਆ। ਤਾਂ ਉਹਨਾਂ ਵੈਸਲਸ ਦੇ ਵਿੱਚ ਹੀ ਬਲੱਡ ਰਹਿੰਦਾ ਹੈ ਅਤੇ ਉਹ ਵੈਸਲਸ ਦੇ ਰਾਹੀਂ ਹੀ ਟਿਸ਼ੂਜ਼ ਤੱਕ ਪਹੁੰਚਦਾ ਹੈ। ਦੈਟ ਇਜ਼ ਕਲੋਜ਼ਡ ਸਰਕੂਲੇਟਰੀ ਸਿਸਟਮ। ਹਾਂਜੀ, नेक्स्ट जो क्राइटेरिया है मेजर, दैट इज सिमेट्री। सिमेट्री मीनस कि कोई ऑर्गेनिज्म, मान लो आप एक राउंड बॉल ले लिए, ठीक है, उस दे विचों आप एक प्लेन ड्रॉ करिए, कोई लाइन ड्रॉ करिए। इस तरह लाइन ड्रॉ करन नाल जे अपने कोले दो इक्वल हाफ्स आउंदे ने, इक्को जे, ठीक है, हाफ आउंदे ने, तो उहो जी आपां बॉडी नूं कहने आ सिमेट्रिकल बॉडी। ठीक है, मान लो कोई बॉडी का स्ट्रक्चर आए आ, इहदे च किसी भी प्लेन राही तुसीं कोई लाइन ड्रॉ करोगे तो तुहानूं दो इक्वल पार्ट्स नहीं मिलणगे। तो सिमेट्री दे अंडर एसिमेट्रिकल ऑर्गेनिजम्स आउंदे ने। एसिमेट्रिकल च अपना पहला फाइलम पोरीफेरा ही आउंदा है मेजर, कि जिस च देयर आर नो टू इक्वल पार्ट्स बाय एनी प्लेन। ठीक है, सिमेट्रिकल दे विच दो तरह दी सिमेट्रिकल दे विच टर्म्स आउंदियां ने। वन इज़ रेडियल सिमेट्री एंड बायलैटरल सिमेट्री। रेडियल सिमेट्री दा मीनस हुंदा बेटा जिवें राउंड बॉल आ कि कोई भी प्लेन तुसीं ड्रॉ करो। हुण मैं फस्ट प्लेन ड्रॉ किया, इहदे नाल भी साडे कोल दो इक्वल हाफ्स आए। ठीक है, फिर मैं सैकेंड प्लेन इधरों ड्रॉ किया, ये नाल भी साडे कोल दो इक्वल हाफ्स आए। ठीक है, तो मैं इस तरह किसी भी प्लेन राही, ठीक है, किसी भी एंगल तो एक लाइन ड्रॉ करा तो मेरे को हमेशा दो इक्वल हाफ्स आउंदे ने। दैट इज़ रेडियल सिमेट्री। जबकि बायलैटरल सिमेट्री की हुंदी है। ठीक है, बायलैटरल सिमेट्री जिमें ह्यूमन बींग्स ने, ठीक है, जिमें ह्यूमन बींग्स ने, इस सिर्फ एक प्लेन है यह जा जिहदे नाल साडे कोल दो इक्वल हाफ्स आउंदे ने, होर किसी भी प्लेन दे विच साडे कोले दो इक्वल हाफ्स नहीं आउणे। ठीक है, बिल्कुल सिमिलर जो हाफ्स ने। बायलैटरल, बाई मीनस टू, तो ओनली वन प्लेन इज़ देयर जिहदे नाल साडे कोल आइडेंटिकल लैफ्ट एंड राइट जो हाफ्स ने वो साडे कोल जनरेट हो जाते हैं। ऑलमोस्ट जो फाइलम्स ने वो बायलैटरल सिमेट्री अंडर ही आउंदे ने। रेडियल सिमेट्री दे विच भी मेजर फाइलम सीलनट्रेटा है, तो एक स्टारफिश अकाइनोडर्मेटा के अंडर आउंदा। जो आप इंडिविजुअली फाइलम्स करने उस टाइम भी आप दोबारा डिस्कशन करनी है। ठीक है, तो उम्मीद है तुहानूं सिमेट्री समझ आ गई होनी है। हाँ जी, ये है एक डायग्रामैटिक व्यू सिमेट्री का। लोअर इज़ बायलैटरल सिमेट्री, अपर रेडियल सिमेट्री। नेक्स्ट है डिप्लोब्लास्टिक एंड ट्रिप्लोब्लास्टिक ऑर्गेनिजम्स। ये टर्म समझण लई बेटा पहला ये ध्यान च रखना है कि इत्थे वर्ड लिखा एम्ब्रियोनिक लेयर्स। एम्ब्रियो वर्ड की हुंदा कि जदों किसी भी ऑर्गेनिज्म दी डिवेलपमेंट हुंदी है, ठीक है, जदों कोई ऑर्गेनिज्म बनना स्टार्ट हुंदा है तो उहदे पहला वो सिंगल सैल का ही बनया हुंदा है, उन्होंने जाइगोट टर्म बोलते हैं। तुसी ये टर्म प्लांट किंगडम फंजाई उन्हां च भी सुनी होनी है। तो जाइगोट डिवाइड करके पूरे का पूरा ऑर्गेनिज्म बनाता। जदों डिवाइड करता तो हौली हौली उहदे च इदां लेयर्स बन जांदियां ने, जिवें तुहानूं इधर तुहाडी बुक की फिगर ही है ये। ठीक है, फिगर दे विच क्लीयर है, इदां लेयर्स बन जांदियां ने। तो कई जो लोअर फाइलम्स ने उन्हां च सिर्फ दो लेयर्स ही मेजर प्रेजेंट हुंदियां ने। अपर लेयर नूं बोलदे एक्टोडर्म। डर्म वर्ड आ जिहड़ा बेटा ये लेयर लई ही यूज हुंदा है। एक्टो मीनस हुंदा आउटर, एंडो मीनस हुंदा इनर। तो एक्टोडर्म ते एंडोडर्म दो तरह दी लेयर्स बनदियां ने। ओहो जे ऑर्गेनिज्म नूं नाम दिता जांदा डिप्लोब्लास्टिक। तो उहदे अंडर फाइलम है सीलनट्रेटा। नैक्सट ट्रिप्लोब्लास्टिक किहो जे ऑर्गेनिज्म हुंदे ने। ट्रिप्लोब्लास्टिक वो हुंदे ने जिहदे च 3 लेयर्स बन जाण। ठीक है, कि एक्टोडर्म भी है, एंडोडर्म भी है, तो सेंटर दे विच एक मीजोडर्म भी पूरी तरह प्रिपेयर हो जाए। सैल्स ने जिहड़े अलग अलग सानू दिख रहे ने, मीजोडर्म बन चुके हैं।
ਤਾਂ ਉਹ ਜਿਹੇ ਆਰਗੇਨਿਜ਼ਮ ਨੂੰ ਟਰਮ ਦਿੰਦੇ ਆ ਟ੍ਰਿਪਲੋਬਲਾਸਟਿਕ। ਤਾਂ ਪਲੈਟੀਹੈਲਮਿੰਥਸ ਫਾਈਲਮ ਤੋਂ ਲੈ ਕੇ ਕੌਰਡੇਟਾ ਲਾਸਟ ਫਾਈਲਮ ਤੱਕ ਸਾਰੇ ਹੀ ਆਰਗੇਨਿਜ਼ਮ ਟ੍ਰਿਪਲੋਬਲਾਸਟਿਕ ਇਨ ਨੇਚਰ ਹੁੰਦੇ ਨੇ। ਤਾਂ ਇਸ ਬੇਸਿਸ 'ਤੇ ਵੀ ਆਰਗੇਨਿਜ਼ਮ ਨੂੰ ਡਿਵਾਈਡ ਕੀਤਾ ਹੋਇਆ। ਹਾਂਜੀ, ਨੈਕਸਟ ਇਜ਼ ਸਿਲੋਮ। ਸਿਲੋਮ ਕੀ ਆ? ਆਪਾਂ ਹੁਣੇ ਬੇਟਾ 3 ਲੇਅਰਸ ਬਾਰੇ ਪੜ੍ਹਿਆ, ਐਕਟੋਡਰਮ, ਐਂਡੋਡਰਮ ਐਂਡ ਮੀਜ਼ੋਡਰਮ। ਤਾਂ ਜੋ ਮੀਜ਼ੋਡਰਮ ਹੈ, ਮੀਜ਼ੋਡਰਮ ਨੇ ਬੋਡੀ ਦੇ ਅੰਦਰ ਕੈਵਿਟੀ ਦੀ ਫੋਰਮੇਸ਼ਨ ਕਰਨੀ ਆ, that is body cavity lined by mesoderm, that is called as coelom। coelom word ਦਾ ਆਪਣਾ ਹੀ meaning cavity ਤੋਂ ਹੀ ਹੈ। ਤਾਂ coelom ਦੇ ਬੇਸ ਤੇ ਆਰਗੇਨਿਜ਼ਮਸ ਨੂੰ 3 ਕੈਟੇਗਰੀਜ਼ 'ਚ ਡਿਵਾਈਡ ਕੀਤਾ ਜਾਂਦਾ। coelomate animals, coelomate ਨੇਮ ਤੋਂ ਹੀ ਕਲੀਅਰ ਹੈ, ਐਨੀਮਲਸ ਵਿਦ coelom। ਇਹਦੇ ਅੰਡਰ ਮੇਜਰ ਜੋ ਫਾਈਲਮ ਆਉਂਦੇ ਨੇ ਐਨੀਲਿਡ, ਮੋਲਸਕ, ਆਰਥਰੋਪੋਡ ਅਪ ਟੂ ਕੌਰਡੇਟ, ਠੀਕ ਹੈ। ਆਲਮੋਸਟ ਸਾਰੇ ਫਾਈਲਮਸ ਨੇ ਜਿਹੜੇ ਐਂਡ ਤੇ ਅੱਪਰ ਜੋ ਫਾਈਲਮ ਨੇ ਉਹ ਸਾਰੇ ਸੀਲੋਮੇਟਸ ਨੇ। ਸਪੈਸ਼ਲ ਜੋ ਤੁਹਾਨੂੰ ਯਾਦ ਕਰਨ ਵਾਲੀ ਹੈ ਜਿਹਦੇ 'ਚ ਇੱਕ ਫਾਈਲਮ ਆਉਂਦਾ ਦੋਨਾਂ ਕੈਟੇਗਰੀਜ਼ 'ਚ, ਦੈਟ ਆਰ ਸੂਡੋਸੀਲੋਮੇਟਸ ਐਂਡ ਏਸੀਲੋਮੇਟਸ। ਸੂਡੋ ਮੀਨਸ ਹੁੰਦਾ ਬੇਟਾ ਫਾਲਸ, ਠੀਕ ਹੈ। ਤਾਂ ਫਾਲਸ ਸਿਲੋਮ, ਫਾਲਸ ਸਿਲੋਮ ਮਤਲਬ ਕੋਈ ਕੈਵਿਟੀ ਦਾ ਪ੍ਰੈਜੈਂਟ ਆ ਪਰ ਟਰੂ ਕੈਵਿਟੀ ਨਹੀਂ, ਪੂਰੀ ਦੀ ਪੂਰੀ ਮੀਜ਼ੋਡਰਮ ਨਾਲ ਨਹੀਂ ਉਹ ਕੈਵਿਟੀ ਲਾਈਨ ਹੁੰਦੀ। ਉਹਦੇ 'ਚ ਮੀਜ਼ੋਡਰਮ ਸਿਰਫ ਪਾਊਚਿਸ ਦੇ ਵਿੱਚ ਪ੍ਰੈਜੈਂਟ ਹੁੰਦਾ। ਆਪਾਂ ਨੈਕਸਟ ਸਲਾਈਡ ਦੇ ਵਿੱਚ ਡਾਇਗਰਾਮ ਜੋ ਫਿਗਰ ਤੁਹਾਡੀ ਬੁੱਕ 'ਚ ਵੀ ਪ੍ਰੈਜੈਂਟ ਆ ਉਹ ਡਾਇਗਰਾਮ ਦੇਖਾਂਗੇ ਕਿ ਮੀਜ਼ੋਡਰਮ ਇਜ਼ ਪ੍ਰੈਜੈਂਟ ਇਨ ਸਕੈਟਰਡ ਪਾਊਚਿਸ ਇਨ ਬਿਟਵੀਨ ਐਕਟੋਡਰਮ ਐਂਡ ਐਂਡੋਡਰਮ। एग्जाम्पल है एस्कलमिंथिस, जो एस्कलमिंथिस फाइलम है वो इसकी एग्जाम्पल है। हाँ जी, लास्ट है एसीलोमेट। एसीलोमेट मीन्स एब्सेंस ऑफ सीलोम। सो एनिमल्स इन विच बॉडी कैविटी इज एबसेंट एंड इट्स एग्जाम्पल इज प्लैटीहेलमिन्थ्स। तो ये मेजर 2 एग्जाम्पल ने कि सूडोसीलोमेट्स के अंडर एस्कलमिंथिस आउंदा है, एसीलोमेट्स के अंडर प्लैटीहेलमिन्थ्स आउंदा। ये तुसीं इवें दियां जो स्पैशल एक्सैप्शनल केसिस होंदे ने थोड़े जे ध्यान च रखने ने, नोट कर लेने ने। हाँ जी, दिस इज द डायग्राम रिलेटेड टू हाँ जी सीलोमेट, सूडोसीलोमेट एंड एसीलोमेट एनिमल्स। सो दिस इज cavity lined by mesoderm, this is coelomate। इधर mesoderm is present in pouches and this is pseudocoelomate, pseudocoelom। Last is continuous mesoderm is present but in between mesoderm and endoderm there is no cavity, ठीक है। mesoderm ते एंडोडर्म के विचाले कोई कैविटी नहीं, जिवें इत्थे मीजोडर्म है तो एंडोडर्म है, उन्होंने इन बिटवीन कैविटी पूरी की पूरी मीजोडर्म ने ही लाइन की हुई है, इत्थे कुछ नहीं है। तो दे आर कॉल्ड एज एसीलोमेट एनिमल्स। होप कि तुहानूं क्लीयर हो गया है पार्ट भी। हाँ जी, नैक्सट 2 इंपॉर्टेंट टर्म्स होर ने तुहाडी सिलेबस के अकॉर्डिंग। फस्ट इज सैगमेंटेशन। सैगमेंटेशन वर्ड तो ही क्लीयर है, सैगमेंट्स बनिया हुण बॉडी च। ਉਹਦੇ 'ਚ ਤੁਸੀਂ ਨੇਚਰ 'ਚ ਅਰਥਵਰਮ ਓਬਜ਼ਰਵ ਕੀਤਾ ਹੋਣਾ ਬੇਟਾ। ਅਰਥਵਰਮ 'ਚ ਸਪੈਸ਼ਲ ਟਾਈਪ ਆਫ ਸੈਗਮੈਂਟੇਸ਼ਨ ਵਿਚ ਇਜ਼ ਕਾਲਡ ਐਜ਼ ਮੈਟਾਮੇਰਿਜ਼ਮ। ਇੰਪੋਰਟੈਂਟ ਆ ਟਰਮ ਰਿਲੇਟਡ ਵਿਦ ਅਰਥਵਰਮ ਕਿ ਐਕਸਟਰਨਲੀ ਤੇ ਇੰਟਰਨਲੀ ਬੋਡੀ ਡਿਵਾਈਡਡ ਹੁੰਦੀ ਹੈ ਇਨਟੂ ਸੈਗਮੈਂਟਸ। ਲਾਸਟ ਟਰਮ ਇਜ਼ ਨੋਟੋਕॉर्ड। ਨੋਟੋਕॉर्ड ਕੀ ਹੈ? ਡਿਊਰਿੰਗ ਐਮਬ੍ਰਿਓਨਿਕ ਡਿਵੈਲਪਮੈਂਟ, ਉਹੀ ਸੇਮ ਜ਼ਾਈਗੋਟ ਤੋਂ ਜਦੋਂ ऑर्गेनिज्म की फॉर्मेशन होंदी है वो एम्ब्रियोनिक डिवेलपमेंट उन्होंने कहा जाता। ड्यूरिंग दैट डिवेलपमेंट एक रॉड लाइक स्ट्रक्चर प्रेजेंट होंदा अपर सरफेस से। अपर सरफेस नूं बेटा बोलते हैं डॉर्सल साइड, ठीक है। मीजोडर्म इन रीजन होंदा, मीजोडर्मल लेयर तो बनता वो जो आप 3 लेयर्स पहला कीतियां, एक्टोडर्म, मीजोडर्म, एंडोडर्म, ठीक है। मीजोडर्म तो रीजन होया होंदा, दैट इज कॉल्ड एज नोटोकॉर्ड। सो रॉड लाइक स्ट्रक्चर which has mesodermal origin present on dorsal side। ਤਾਂ ਜਿਨ੍ਹਾਂ ਐਨੀਮਲਸ ਦੇ ਵਿੱਚ ਨੋਟੋਕॉर्ड ਪ੍ਰੈਜ਼ੈਂਟ ਆ ਉਹ ਫਾਈਲਮ ਕੌਰਡੇਟਾ ਦੇ ਅੰਡਰ ਆਉਂਦੇ ਨੇ। ਨੋਟੋਕॉर्ड ਐਬਸੈਂਟ ਆ ਉਸ ਬਾਕੀ ਜੋ ਲੋਅਰ ਸਾਰੇ ਫਾਈਲਮ ਨੇ ਪੋਰੀਫੇਰਾ ਤੋਂ ਲੈ ਕੇ ਅਕਾਈਨੋਡਰਮਸ ਤੱਕ ਜੋ 10 ਫਾਈਲਮ ਨੇ ਦੇ ਆਰ नॉन कॉर्डेट्स, ठीक है। सिर्फ 11वां फाइलम जो लास्ट वाला फाइलम है कॉर्डेटा, दे आर हैविंग ट्रू नोटोकॉर्ड, ठीक है। दिस वॉज द लास्ट पार्ट। हुण आपां एक समरी
ਲੈ ਲਈਏ ਕਿ ਕਿੰਗਡਮ ਐਨੀਮੇਲੀਆ ਨੂੰ ਕਿਵੇਂ ਸਾਰੇ ਜੋ ਕ੍ਰਾਈਟੇਰੀਆ ਨੇ ਉਸ ਬੇਸ 'ਤੇ ਡਿਵਾਈਡ ਕੀਤਾ ਹੋਇਆ। ਇਹ ਜੋ ਫਿਗਰ ਹੈ, ਜੋ ਟੇਬਲ ਫਲੋ ਚਾਰਟ ਹੈ ਤੁਹਾਡੀ ਬੁੱਕ ਦੇ ਵਿੱਚ ਹੈ। ਹਾਂਜੀ, ਫਸਟ ਹੈ ਕਿੰਗਡਮ ਐਨੀਮੇਲੀਆ ਔਨ ਦਾ ਬੇਸਿਸ ਆਫ ਲੈਵਲ ਆਫ ਔਰਗਨਾਈਜੇਸ਼ਨ ਸੈਲੂਲਰ ਲੈਵਲ ਹੈ ਤਾਂ ਆਪਣੇ ਕੋਲੇ ਫਾਈਲਮ ਪੋਰੀਫੇਰਾ ਆ। ਦੈਨ ਟਿਸ਼ੂ, ਬਾਕੀ ਸਭ ਦੇ ਵਿੱਚ ਟਿਸ਼ੂ ਔਰਗਨ ਜਾਂ ਔਰਗਨ ਸਿਸਟਮ ਲੈਵਲ ਹੁੰਦਾ, ਪਰ ਜੇ ਉਹਦੀ ਸਿਮੈਟਰੀ ਰੇਡੀਅਲ ਹੈ, ਠੀਕ ਹੈ, ਰੇਡੀਅਲ ਸਿਮੈਟਰੀ ਉਹੀ ਸੇਮ ਕਿ ਕੋਈ ਵੀ ਪਲੇਨ ਡਰॉ ਕਰੀਏ ਆਪਣੇ ਕੋਲ ਦੋ ਇਕੁਅਲ ਹਾਫਸ ਆਉਂਦੇ ਨੇ, ਉਹਦੇ ਅੰਡਰ ਆਉਂਦੇ ਨੇ ਸੀਲਨਟਰੇਟਾ, ਫਾਈਲਮ ਟੀਨੋਫੋਰਾ। ਨੈਕਸਟ ਟੂ ਫਾਈਲਮ, ਇਹ ਫਾਈਲਮ ਉਹੀ ਲੋਅਰ ਟੂ ਹਾਇਰ ਫਾਈਲਮ ਵੱਲ ਹੀ ਮੂਵ ਕਰ ਰਹੇ ਨੇ। ਸਭ ਤੋਂ ਪਹਿਲਾਂ ਫਾਈਲਮ ਪੋਰੀਫੇਰਾ ਸੈਲੂਲਰ ਲੈਵਲ ਆਫ ਔਰਗਨਾਈਜੇਸ਼ਨ, ਦੈਨ ਰੇਡੀਅਲੀ ਸਿਮੈਟ੍ਰੀਕਲ ਅਗਲੇ ਦੋ ਫਾਈਲਮ ਨੇ ਸੀਲਨਟਰੇਟਾ ਐਂਡ ਟੀਨੋਫੋਰਾ। ਨੈਕਸਟ ਬਾਇਲੇਟਰਲ ਸਿਮੈਟਰੀ ਅੰਡਰ ਬਾਕੀ ਸਾਰੇ ਫਾਈਲਮਸ ਨੇ, ਬਟ ਅੱਗੇ ਆਪਾਂ ਡਿਵੀਜ਼ਨ ਬੇਸਿਕਲੀ ਔਨ ਦਾ ਬੇਸਿਸ ਆਫ ਏਸੀਲੋਮੇਟ ਕੇ ਜਾਂ ਸੂਡੋਸੀਲੋਮੇਟ, ਠੀਕ ਹੈ, ਜਾਂ ਸੀਲੋਮੇਟ ਇਨ ਬॉडी कैविटी ਪ੍ਰੈਜੈਂਟ ਹੈ ਜਾਂ ਨਹੀਂ ਹੈ ਉਸ ਦੇ ਬੇਸ 'ਤੇ। ਵਿਦਾਊਟ ਬॉडी कैविटी ਪਲੈਟੀਹੈਲਮਿਨਸ ਆਪਣੇ ਕੋਲੇ ਫਾਈਲਮ ਆਇਆ। ਵਿਦ ਫਾਲਸ ਸਿਲੋਮ ਸੂਡੋਸੀਲੋਮੇਟ ਇਜ਼ ਐਸਕਲਮੈਂਥਿਸ ਐਂਡ ਲਾਸਟ ਇਜ਼ ਵਿਦ ਟਰੂ ਸਿਲੋਮ ਸੀਲੋਮੇਟਸ। all other phylums are included under it। ਹਾਂਜੀ, ਹੁਣ ਅੱਜ ਦੇ ਲੈਕਚਰ ਦਾ ਲਾਸਟ ਪਾਰਟ ਜੋ ਆਪਾਂ ਫਸਟ ਫਾਈਲਮ ਦੀ ਡਿਸਕਸ਼ਨ ਕਰਨੀ ਹੈ, ਫਾਈਲਮ ਪੋਰੀਫੇਰਾ। they are also known as sponges। what is special in sponges? they are asymmetrical, ਜੋ ਤੁਸੀਂ distinguishing features ਯਾਦ ਕਰਨੇ ਨੇ। number 2 is they have water transport or canal system inside them, ਕਿਉਂਕਿ ਇੱਕ ਐਕੁਐਟਿਕ ਐਨੀਮਲਸ ਨੇ, ਸਪੌਂਜਿਸ ਐਕੁਐਟਿਕ ਨੇ, ਉੱਥੇ ਉਹਨਾਂ 'ਚ ਪਾਣੀ ਦੀ ਐਂਟਰੀ ਹੁੰਦੀ ਹੈ ਅਤੇ ਉਸ ਪਾਣੀ 'ਚੋਂ ਹੀ ਉਹ ਫੂਡ ਪਾਰਟੀਕਲਸ ਨੂੰ ਐਬਜ਼ੋਰਬ ਕਰਦੇ ਨੇ, ਠੀਕ ਹੈ। ਜੋ ਵੇਸਟ ਮਟੀਰੀਅਲ ਹੁੰਦਾ ਉਹੀ ਪਾਣੀ ਦੇ ਵਿੱਚੋਂ, ਠੀਕ ਹੈ, ਉਹਨਾਂ ਦੀ ਬੋਡੀ 'ਚੋਂ ਐਗਜ਼ਿਟ ਹੋ ਜਾਂਦਾ। ਤਾਂ ਆਕਸੀਜਨ ਦੀ ਐਬਜ਼ੋਰਪਸ਼ਨ ਵੀ ਵਾਟਰ ਦੇ ਥਰੂ, ਵਾਟਰ ਨੂੰ 'ਚੋਂ ਐਬਜ਼ੋਰਬ ਕਰਦੇ ਨੇ ਉਹ, ਠੀਕ ਹੈ। ਸੋ ਦੇਰ ਇਜ਼ ਸਪੈਸ਼ਲ ਵਾਟਰ ਟਰਾਂਸਪੋਰਟ ਔਰ ਕੈਨਾਲ ਸਿਸਟਮ ਇਨ ਸਪੌਂਜਿਸ। ਨੈਕਸਟ ਕੁਛ ਟਰਮਸ ਨੇ ਇਹਨਾਂ ਨਾਲ ਰਿਲੇਟਡ। ਸਪੌਂਜਿਸ ਦੇ ਵਿੱਚ, ਸਪੌਂਜਿਸ ਦੇ ਐਕਚੁਅਲੀ ਛੋਟੇ ਛੋਟੇ ਪੋਰਸ ਪ੍ਰੈਜ਼ੈਂਟ ਹੁੰਦੇ ਨੇ। ਇਹਨਾਂ ਪੋਰਸ ਕਰਕੇ ਹੀ ਇਸ ਜੋ ਫਾਈਲਮ ਦਾ ਨਾਮ ਹੈ ਪੋਰੀਫੇਰਾ, ਠੀਕ ਹੈ। ਤਾਂ ਪੋਰਸ ਨੂੰ, ਮਾਈਨਿਊਟ ਪੋਰਸ ਨੂੰ ਨਾਮ ਦਿੱਤਾ ਗਿਆ ਓਸਟੀਆ। ਸੋ ਓਸਟੀਆ ਵਰਡ ਇਜ਼ ਰਿਲੇਟਡ ਟੂ ਫਾਈਲਮ ਪੋਰੀਫੇਰਾ। ਓਸਟੀਆ ਦੇ ਥਰੂ ਪਾਣੀ ਐਂਟਰ ਹੋ ਕੇ ਸੈਂਟਰਲ ਜੋ ਲਾਰਜ ਕੈਵਿਟੀ ਹੈ ਦੈਟ ਇਜ਼ ਨੋਨ ਐਜ਼ ਸਪੌਂਜੋਸੀਲ, ਉਸ ਦੇ ਵਿੱਚ ਪਾਣੀ ਆ ਜਾਂਦਾ ਐਂਡ ਗੋਜ਼ ਆਊਟ ਥਰੂ ਓਸਕਿਊਲਮ, ਜੋ ਲਾਰਜ ਓਪਨਿੰਗ ਆਊਟਸਾਈਡ ਦੈਟ ਇਜ਼ ਓਸਕਿਊਲਮ, ਪਾਣੀ ਐਗਜ਼ਿਟ ਹੋ ਜਾਂਦਾ ਉਹਦੇ 'ਚੋਂ। ਦੈਨ ਵਾਟਰ ਦੇ ਵਿੱਚੋਂ sponge pick up the food particles with the help of cells, collar cells called as conocyte। the conocyte term भी sponges ਨਾਲ related है। next they have special spules or spongin fibers present in their body। ਉਹਨਾਂ ਦੀ body ਦੇ ਵਿੱਚ ਐਵੇਂ ਦੇ ਫਾਈਬਰਸ ਪ੍ਰੈਜ਼ੈਂਟ ਹੁੰਦੇ ਨੇ ਜੋ ਉਹਦੇ ਸਟਰਕਚਰ ਨੂੰ ਸਪੋਰਟ ਕਰਦੇ ਨੇ। ਦਿਸ ਵਰਡ ਇਜ਼ ਆਲਸੋ ਰਿਲੇਟਡ ਵਿਦ ਓਨਲੀ ਸਪੌਂਜਿਸ। ਲਾਸਟ ਇਜ਼ ਦਾ ਵਰਡ ਹਰਮੈਫਰੋਡਾਈਟ। ਹਰਮੈਫਰੋਡਾਈਟ ਕੀ ਹੁੰਦਾ? ਇਟ ਮੀਨਸ ਐਗਸ ਐਂਡ ਸਪਰਮਸ ਦੇ ਆਰ ਪ੍ਰੋਡਿਊਸਡ ਇਨ ਸੇਮ ਇੰਡੀਵਿਜੂਅਲ। ਤਾਂ ਸਪੌਂਜਿਸ ਦੇ ਵਿੱਚ ਜੋ ਮੇਲ ਅਤੇ ਫੀਮੇਲ ਗੈਮੀਟਸ ਨੇ ਉਹ ਇੱਕੋ ਹੀ ऑर्गेनिज्म ਦੇ ਵਿੱਚ ਪ੍ਰੋਡਿਊਸ ਹੁੰਦੇ ਨੇ, ਉਸ ਦੇ ਲਈ ਟਰਮ ਹੈ ਹਰਮੈਫਰੋਡਾਈਟ। ਅਤੇ ਐਗਜ਼ਾਮਪਲਸ ਕੀ ਨੇ ਫਾਈਲਮ ਪੋਰੀਫੇਰਾ ਦੇ ਅੰਡਰ? ਸਾਈਕਨ, ਸਪੌਂਜੀਲਾ। ਹੇਅਰ ਆਰ ਦਾ ਪਿਕਚਰਸ, ਦੇ ਆਰ ਆਲਸੋ ਅਵੇਲੇਬਲ ਇਨ ਯੂਅਰ ਬੁੱਕ। ਸਾਈਕਨ, ਠੀਕ ਹੈ, ਸਪੌਂਜੀਲਾ। ਸੋ ਦੀਜ਼ ਆਰ ਦਾ ਕਾਮਨ ਸਪੌਂਜਿਸ। ਸੋ ਬੇਟਾ ਇਹ ਸੀ ਆਪਣਾ ਅੱਜ ਦਾ ਲੈਕਚਰ, ਜਿਸ 'ਚ ਆਪਾਂ ਬੇਸਿਕ ਕ੍ਰਾਈਟੇਰੀਆ ਕਿ ਐਨੀਮਲ ਕਿੰਗਡਮ ਨੂੰ ਕਿਸ ਬੇਸ 'ਤੇ ਡਿਵਾਈਡ ਕੀਤਾ ਅਤੇ ਆਪਾਂ ਫਸਟ ਫਾਈਲਮ ਪੋਰੀਫੇਰਾ ਦੇ ਜੋ ਡਿਸਟਿੰਗੁਇਸ਼ਿੰਗ ਫੀਚਰਸ ਨੇ ਕੀਤੇ। ਹੋਪ ਤੁਹਾਨੂੰ ਸਭ ਨੂੰ ਸਮਝ ਆ ਗਿਆ ਹੋਣਾ। ਥੈਂਕਸ ਫॉर ਲਿਸਨਿੰਗ।